खालसा संगत जी। पहले पासे दास बोलेगा, दूसरे पासे सब भाई और जथा, तीसरे पासे सब माइया ने शब्दां विच बोल के अपनी रसना नूं पवित्र करना जी। हर दर्शन की आशा मेरे मन, हर दर्शन की आशा, हर दर्शन की आशा मेरे मन, हर दर्शन की आशा, हर दर्शन की आशा मेरे हर दर्शन की आशा मेरे मन, हर दर्शन की आशा, हर दर्शन की आशा मेरे मन, हर दर्शन की आशा। हर दर्शन की आशा मेरे मन, हर दर्शन दर्शन प्यासी दिन सरा, चितवन दिन नीत, खोल कपट गुर मिलिया, नानक हर संग मीत। दर्शन देख जीवा गुर तेरा, पूर्ण कर्म होए प्रभ मेरा। यह विनंती सुन प्रभ मेरे, देह नाम कर अपने चेरे। अपनी शरण राख प्रभ दाते, गुर प्रसाद किन वेले जाते। सुनो बिनो प्रभ मेरे मिता, चरण कमल वसै मेरे चिता। नानक एक करे अरदास, विसर नाही पूर्ण गुणदास। हर दर्शन की आशा मेरे मन, हर दर्शन की आशा, हर दर्शन की आशा मेरे मन, हर दर्शन की आशा। हर दर्शन की आशा, हर दर्शन की आशा, हर दर्शन की आशा, हर दर्शन की आशा। हर दर्शन की आशा, हर दर्शन की आशा, हर दर्शन की आशा, हर दर्शन की आशा। हर दर्शन की आशा मेरे मन, हर दर्शन की आशा, हर दर्शन की आशा मेरे मन, हर दर्शन की आशा।
दर्शन देख जीवा गुर तेरा, पूर्ण कर्म होए प्रभ मेरा। एह बिनती सुन प्रभ मेरे, देह नाम कर अपने जेरे। मेरा मन लोचै गुर दर्शन ताई, बिलप करे चातरक की न्याई। त्रिखा न उतरै शांत न आवे, बिन दर्शन संत प्यारे जियो। हाँ कोली जियो कोल कमाई, गुर दर्शन संत प्यारे जियो। बिना गुरा तो मुक्त न होवे, लखा भावे जतन करें। गुरा तो मुक्त न होवे, लखा भावे जतन करें। बिना गुरा लखा भावे जतन, होवे जी लखा पावे जतन। बिना गुरा तो मुक्त न होवे, मुक्त न होवे, लखा पावे जतन। बिना गुरा तो मुक्त न होवे, लखा पावे जतन करें। लखा पावे जतन, लखा गुरा तो लखा पावे जी जतन करें। लखा पावे जी जतन करें। ओ लखा पावे जी जतन करें। लखा पावे हाँ लखा पावे जी, लखा पावे जी जतन। बिना गुरा तो मुक्त न होवे, लखा पावे जतन करें। बिना गुरा तो मुक्त न होवे, लखा पावे जतन करें। जी लखा पावे जतन, जी लखा पावे जतन करें। परम सत्कारयोग गुरु रूप गुरु प्यारी साध संगत जी, आप सब माई भाई सतगुरां दी पावन पवित्र गोद अंदर बैठी संगत जी,
ਸਾਰੇ ਭਾਗਾਂ ਵਾਲਿਆਂ ਸਤਿਗੁਰਾਂ ਦੀ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਹਾਂ। ਕੁੰਭੈ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਈ। ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਈ। ਮੁਕਤੀ ਦਾ ਦੁਆਰਾ ਇੱਕੋ ਇੱਕ ਸਤਿਗੁਰਾਂ ਨੇ ਸਾਨੂੰ ਬਾਣੀ ਅੰਦਰ ਸਮਝਾਇਆ। ਕੋਈ ਐਸਾ ਸਤਿਗੁਰ ਜੇ ਮਿਲੈ, ਤੁਠਾ ਕਰੇ ਪਸਾਓ। ਮੁਕਤ ਦੁਆਰਾ ਮੋਕਲਾ, ਸਹਜੇ ਆਵੋ ਜਾਓ। ਮੁਕਤੀ ਦਾ ਜਿਹੜਾ ਰਾਹ ਹੈ, ਕਹਿੰਦੇ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਭਗਤ ਕਬੀਰ ਜੀਆਂ ਦੇ ਸ਼ਲੋਕ ਚੱਲਦੇ ਸਨ। ਸ਼ਲੋਕਾਂ ਵਿੱਚ ਭਗਤ ਕਬੀਰ ਜੀਆਂ ਨੇ ਫਰਮਾਇਆ ਵੀ ਜਿਹੜਾ ਮੁਕਤੀ ਦਾ ਰਾਹ ਹੈ, ਜਿਹੜਾ ਉਹ ਰਾਈ ਦਾ 10ਵਾਂ ਦਾਣਾ। ਆਪਾਂ ਰਾਈ ਦਾ ਦਾਣਾ ਵੇਖਦੇ ਹਾਂ ਕਿੱਡਾ ਕੁ ਹੁੰਦਾ, ਉਹਦੇ ਰਾਈ ਦੇ ਦਾਣੇ ਨਾਲ ਵੀ 10ਵਾਂ ਹਿੱਸਾ ਜਿਹੜਾ ਮੋਤੀ ਦਾ ਦੁਆਰਾ ਆਖੇ, ਜਿੱਥੋਂ ਦੀ ਇਸ ਮਨੁੱਖ ਨੇ ਜਾਣਾ। ਮਨਮੁਖਾਂ ਲਈ ਉਹ ਰਾਈ ਦਾ 10ਵਾਂ ਹਿੱਸਾ ਉਹ ਵੀ ਨਸੀਬ ਨਹੀਂ ਹੁੰਦਾ। ਪਰ ਸਤਿਗੁਰੂ ਜੀ ਅੱਗੇ ਅਗਲੇ ਭਗਤ ਕਬੀਰ ਸਾਹਿਬ ਅਗਲੇ ਸ਼ਲੋਕ ਵਿੱਚ ਫਰਮਾਉਂਦੇ ਨੇ, ਕਬੀਰ ਐਸਾ ਸਤਿਗੁਰ ਜੀ ਮਿਲੈ, ਤੁਠਾ ਕਰੇ ਪਸਾਓ। ਮੁਕਤ ਦੁਆਰਾ ਮੋਕਲਾ, ਸਹਜੇ ਆਵੋ ਜਾਓ। ਜੇ ਸਤਿਗੁਰਾਂ ਦੀ ਸੇਵਾ ਕੀਤਿਆਂ ਸਾਡੇ ਤੇ ਕਿਰਪਾ ਹੋ ਜਾਏ, ਨਾਮ ਸਿਮਰਨ ਕੀਤਿਆਂ ਸਾਡੇ ਤੇ ਕਿਰਪਾ ਹੋ ਜਾਏ, ਤੇ ਸਤਿਗੁਰ ਜੀ ਫਰਮਾਉਂਦੇ ਨੇ, ਕਹਿੰਦੇ ਤੁਠਾ ਕਰੇ ਪਸਾਓ, ਮੁਕਤ ਦੁਆਰਾ ਮੋਕਲਾ। ਇਹ ਜਿਹੜੇ ਗੁਰਮੁਖ ਹੁੰਦੇ ਹਨ, ਨਾਮ ਜਪਣ ਵਾਲੇ, ਬੰਦਗੀ ਕਰਨ ਵਾਲੇ ਸੰਤ ਮਹਾਂਪੁਰਖ, ਸਹਜੇ ਆਵੋ ਜਾਓ। ਕਹਿੰਦੇ ਜਦੋਂ ਮਰਜੀ ਆ ਤੇ ਜਦੋਂ ਮਰਜੀ ਜਾ ਸਕਦੇ। ਇਹ ਕਿਰਪਾ ਕਦੋਂ ਹੁੰਦੀ ਹੈ? ਜਦੋਂ ਅਸੀਂ ਸਤਿਗੁਰਾਂ ਦੀ ਬਾਣੀ ਪੜ੍ਹਦੇ ਹਾਂ, ਉਸ ਅਕਾਲ ਪੁਰਖ ਵਾਹਿਗੁਰੂ ਨਾਲ ਇੱਕ ਮਿੱਕ ਹੋ ਜਾਂਦੇ ਆ। ਇੱਕ ਮਿੱਕ ਕਿਵੇਂ ਹੋ ਜਾਂਦੇ ਆ? ਸਤਿਗੁਰ ਦਾ ਨਾਮ ਸਿਮਰਨ ਜਪਦੇ ਆ, ਅੰਮ੍ਰਿਤ ਵੇਲਾ ਸੰਭਾਲ ਕੇ ਸਤਿਗੁਰ ਦੀ ਬਾਣੀ ਪੜ੍ਹ ਕੇ। ਆਪ ਜੀ ਨੇ ਕੱਲ ਸਰਵਣ ਕੀਤਾ ਸੀ, ਸੇਵਾ ਔਰ ਸਿਮਰਨ ਦੋਨੇ ਹੀ ਇਸ ਸਰੀਰ ਲਈ ਜ਼ਰੂਰੀ ਨੇ। ਜਿਵੇਂ ਅਸੀਂ ਤਨ ਨੂੰ ਖੁਰਾਕ ਦਿੰਨੇ ਆ ਭੋਜਨ, ਤੇ ਇਸੇ ਤਰ੍ਹਾਂ ਸਾਡੇ ਮਨ ਦੀ ਖੁਰਾਕ ਹੈ ਭਜਨ, ਜਿਹੜਾ ਹਰ ਇੱਕ ਮਨੁੱਖ ਲਈ ਜ਼ਰੂਰੀ ਹੈ ਭਜਨ। ਪਰ ਸਾਡੇ ਵਿੱਚ ਐਸੇ ਵੀ ਸਰੀਰ ਹੁਣ ਇਸ ਸਮੇਂ ਬੈਠੇ ਹੋਣਗੇ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਵੀ ਨਹੀਂ ਕੀਤਾ ਹੋਣਾ। ਬਾਬਾ ਆਨੰਦ ਸਿੰਘ ਜੀ ਨਾਨਕਸਰ ਵਾਲੇ ਮਹਾਂਪੁਰਖ ਆਖਿਆ ਕਰਦੇ, ਕਹਿੰਦੇ ਭਾਈ ਜੇ ਤੂੰ ਆਪਣੇ ਆਪ ਨੂੰ ਗੁਰਸਿੱਖ ਸਮਝਦਾ, ਜੇ ਆਪਣੇ ਆਪ ਨੂੰ ਗੁਰੂ ਦਾ ਸਿੱਖ ਸਮਝਦਾ, ਤਾਂ ਨਿਤਨੇਮ ਕਰ, ਅੰਮ੍ਰਿਤ ਵੇਲੇ ਉੱਠ, ਅੰਮ੍ਰਿਤ ਵੇਲਾ ਸੰਭਾਲ, ਸਤਿਗੁਰਾਂ ਨੂੰ ਬੇਨਤੀ ਕਰਿਆ ਕਰ, ਮਹਾਰਾਜ ਜੀ ਆਪ ਜੀ ਦੇ ਬਿਨਾਂ ਅਸੀਂ ਪਾਰ ਉਤਾਰਾ ਸਾਡਾ ਇਸ ਜੀਵਨ ਦਾ ਨਹੀਂ ਹੋ ਸਕਦਾ। ਪਰ ਸਤਿਗੁਰੂ ਜੀ ਬਾਬਾ ਆਨੰਦ ਸਿੰਘ ਜੀਆਂ ਨੇ ਆਖਣਾ, ਕਹਿੰਦੇ ਜੇ ਤੂੰ ਗੁਰਸਿੱਖਾ ਬਾਣੀ ਨਹੀਂ ਪੜ੍ਹਦਾ, ਜ਼ਿਆਦਾ ਨਹੀਂ ਤਾਂ ਜਪਜੀ ਸਾਹਿਬ ਦੀ ਬਾਣੀ ਨਹੀਂ ਪੜ੍ਹਦਾ, ਤੂੰ ਗੁਰੂ ਨਾਨਕ ਦਾ ਸਿੱਖ ਨਹੀਂ ਹੋ ਸਕਦਾ। ਕਿਉਂਕਿ ਸਤਿਗੁਰੂ ਜੀ ਦੀ ਬਾਣੀ ਆਖਦੀਆਂ, ਜਿਉਂ ਮੀਨਾ ਬਿਨ ਪਾਣੀ ਹੈ, ਤਿਉਂ ਸਾਕਤ ਮਰੇ ਪਿਆਸ। ਜਿਹੜੀ ਮਛਲੀ ਹੁੰਦੀ ਹੈ, ਗੁਰਮੁਖ ਪਿਆਰਿਓ, ਮਛਲੀ ਨੂੰ ਪਾਣੀ ਵਿੱਚੋਂ ਕੱਢੋ, ਜੇ ਮਛਲੀ ਤੜਫ ਨਹੀਂ ਰਹੀ ਪਾਣੀ ਬਿਨਾ, ਮਤਾ ਭੁੱਲ ਜਾਓ ਉਹ ਮਛਲੀ ਹੈ, ਕੋਈ ਹੋਰ ਜੀਵ ਹੋ ਸਕਦਾ। ਜੇ ਗੁਰਸਿੱਖ ਆਪਣੇ ਆਪ ਨੂੰ ਅਸੀਂ ਕਹਾਉਂਦੇ ਆ ਤੇ ਬਾਣੀ ਨਹੀਂ ਪੜ੍ਹਦੇ ਤੇ ਆਪਣੇ ਆਪ ਨੂੰ ਗੁਰਸਿੱਖ ਕਹਾਉਣ ਦਾ ਕੋਈ ਹੱਕ ਨਹੀਂ ਸਾਨੂੰ। ਬਾਣੀ ਪੀਤਿਆਂ, ਬਾਣੀ ਪੜ੍ਹਿਆ ਸਾਡਾ ਜੀਵਨ ਸਫਲ ਹੋਣਾ। ਸਤਿਗੁਰੂ ਜੀ ਨੇ ਕੱਲ ਆਪਾਂ ਸਾਖੀ ਤੋਰੀ ਸੀ ਬਾਬਾ ਫਰੀਦ, ਭਗਤ ਫਰੀਦ ਜੀਆਂ ਦੀ। ਭਗਤ ਫਰੀਦ ਜੀਆਂ ਨੇ 12 ਸਾਲ ਐਸੇ ਲਗਾਏ, ਤਪੱਸਿਆ ਦਾ ਮਾਰਗ ਆਰੰਭ ਕੀਤਾ। ਤਪੱਸਿਆ ਦਾ ਮਾਰਗ ਹੁੰਦਾ ਬੜਾ ਔਖਾ ਹੈ, ਬੜਾ ਔਖਾ ਕਠਿਨ ਤਪੱਸਿਆ ਕਰਨੀ ਪੈਂਦੀ ਹੈ। 12 ਸਾਲ ਭਗਤ ਫਰੀਦ ਜੀਆਂ ਨੇ ਜੰਗਲਾਂ ਵਿੱਚ ਜਾ ਕੇ ਤਪ ਕੀਤਾ। ਤਪ ਕਰਕੇ ਆ ਕੇ ਮਾਤਾ ਜੀਆਂ ਨਾਲ, ਜਿਵੇਂ ਆਪ ਜੀ ਨੇ ਸਰਵਣ ਕੀਤਾ ਸੀ, ਮਾਤਾ ਜੀਆਂ ਨੇ ਕੇਸੀ ਇਸ਼ਨਾਨ ਕਰਾਇਆ ਭਗਤ ਫਰੀਦ ਜੀਆਂ ਦਾ।
ਭਗਤ ਫਰੀਦ ਜੀਆਂ ਦੇ ਵਾਲ ਖਿੱਚਦੇ ਨੇ ਮਾਤਾ ਜੀ। ਮਾਤਾ ਜੀ ਕਹਿੰਦੇ ਭਗਤ ਫਰੀਦ ਜੀ ਸੀ ਆਖਦੇ ਨੇ, ਦਰਦ ਹੁੰਦੀ ਹੈ, ਪੀੜਾ ਹੁੰਦੀ ਹੈ। ਭਗਤ ਫਰੀਦ ਜੀਆਂ ਨੇ, ਮਾਤਾ ਜੀਆਂ ਨੇ ਸਮਝਾਇਆ, ਭਗਤ ਫਰੀਦਿਆ ਜੇ ਤੈਨੂੰ ਹੁਣ ਪੀੜਾ ਹੁੰਦੀ ਹੈ ਤੇਰੀ ਵਾਲਾਂ ਖਿੱਚਿਆਂ ਤੇ, ਤੇਰੇ ਕੇਸ ਖਿੱਚਿਆਂ ਤੇ, ਜਦੋਂ ਦਰਖਤਾਂ ਦੇ ਪੱਤੇ ਛੂਤ ਕੇ ਖਾਂਦਾ ਰਿਹਾ ਤੇ ਉਦੋਂ ਤੈਨੂੰ ਮਹਿਸੂਸ ਨਹੀਂ ਹੁੰਦਾ ਵੀ ਇਹਨਾਂ ਦੇ ਵੀ ਦੁੱਖ ਆਉਂਦਾ ਹੋਣਾ, ਇਹਨਾਂ ਤੇ ਵੀ ਪੀੜਾ ਹੁੰਦੀ ਹੋਣੀ। ਮਨ ਵਿੱਚ ਵਿਰਾਗ ਆਇਆ, ਚਾਲੋ ਮਨਾ ਅਜੇ ਤੈਨੂੰ ਹੋਰ ਲੋੜ ਹੈ ਬੰਦਗੀ ਦੀ। ਫਿਰ ਕਹਿੰਦੇ ਪਹਿਲੇ ਸਮੇਂ ਭਗਤ ਫਰੀਦ ਜੀ ਨੇ ਜਿਹੜੇ ਪਹਿਲੇ 12 ਸਾਲ ਲਾਏ ਸਨ, ਉਹ ਸਮੇਂ ਜਿਵੇਂ ਖਾਲੀ ਹੱਥ ਗਏ ਸਨ, ਉੱਥੇ ਜਾ ਕੇ ਜੰਗਲਾਂ ਵਿੱਚ ਜਾ ਕੇ ਪੱਤੇ ਛੂਤ ਕੇ ਖਾ ਲੈਣੇ। ਦੂਸਰੀ ਵਾਰ 12 ਸਾਲ ਦਾ ਤਪ ਕਰਨ ਲਈ ਜਦੋਂ ਘਰੋਂ ਤੁਰੇ ਨਾ, ਕਹਿੰਦੇ ਭਗਤ ਫਰੀਦ ਜੀਆਂ ਨੇ ਕਾਠ ਦੀ ਰੋਟੀ ਬਣਾ ਲਈ। ਕਾਠ ਦੀ ਰੋਟੀ ਭਗਤ ਫਰੀਦ ਜੀਆਂ ਨੇ ਕਾਠ ਦੀ ਰੋਟੀ ਬਣਾ ਲਈ। ਉਸ ਸਮੇਂ ਦੇ ਭਗਤ ਫਰੀਦ ਜੀ ਦੇ ਐਸੇ ਸ਼ਲੋਕ ਆਪਾਂ ਨੂੰ ਸੁਣਨ ਨੂੰ ਮਿਲਦੇ ਹਨ। ਸਾਰੇ ਪੜ੍ਹਿਓ ਪਿਆਰ ਨਾਲ। ਭਗਤ ਫਰੀਦ ਜੀਆਂ ਨੇ ਕੀ ਆਖਿਆ ਉਸ ਸਮੇਂ? ਫਰੀਦਾ ਰੋਟੀ ਮੇਰੀ ਕਾਠ ਦੀ, ਰੋਟੀ ਮੇਰੀ ਕਾਠ ਦੀ, ਰੋਟੀ ਮੇਰੀ, ਰੋਟੀ ਮੇਰੀ ਕਾਠ ਦੀ, ਲਾਵਣ ਮੇਰੀ ਭੁੱਖ, ਰੋਟੀ ਮੇਰੀ ਕਾਠ ਦੀ, ਰੋਟੀ ਮੇਰੀ ਕਾਠ ਦੀ, ਲਾਵਣ ਮੇਰੀ ਭੁੱਖ, ਲਾਵਣ ਮੇਰੀ ਭੁੱਖ, ਰੋਟੀ ਮੇਰੀ, ਲਾਵਣ ਮੇਰੀ ਭੁੱਖ, ਰੋਟੀ ਮੇਰੀ ਕਾਠ ਦੀ, ਰੋਟੀ ਮੇਰੀ ਕਾਠ ਦੀ, ਲਾਵਣ ਮੇਰੀ, ਫਿਰ ਭਗਤ ਫਰੀਦ ਜੀਆਂ ਨੇ ਸ਼ਲੋਕ ਉਚਾਰਨ ਕੀਤਾ। ਰੁੱਖੀ ਸੁਖੀ ਕਾਇ ਕੈ ਠੰਡਾ ਪਾਣੀ, ਈਓ ਫਰੀਦਾ ਦੇਖ ਪਰਾਈ ਚੋਪੜੀ, ਨਾ ਤਰਸਾਏ ਜੀਓ। ਭਗਤ ਫਰੀਦ ਜੀਆਂ ਨੇ ਕਹਿੰਦੇ ਕਾਠ ਦੀ ਰੋਟੀ ਬਣਾ ਲਈ। ਕਾਠ ਦੀ ਰੋਟੀ ਬਣਾ ਲਈ। ਜੰਗਲਾਂ ਵਿੱਚ ਇੰਨਾ ਲੰਮੇਰਾ ਸਮਾਂ ਤਪ ਕੀਤਾ, 12 ਸਾਲ ਤਪ ਕੀਤਾ। 12 ਸਾਲਾਂ ਬਾਅਦ ਫਿਰ ਮਨ ਵਿੱਚ ਆਇਆ ਵੀ ਚਲੋ ਮਾਤਾ ਜੀਆਂ ਨੂੰ ਮਿਲ ਆਈਏ। ਐਸਾ ਭਗਤ ਫਰੀਦ ਜੀਆਂ ਦਾ ਦਸ਼ਾ ਹੋ ਗਈ, ਧੁੱਪ ਰੰਗ ਕਾਲਾ ਪੈ ਗਿਆ ਭਗਤ ਫਰੀਦ ਜੀਆਂ ਦਾ। ਐਸੀ ਦਸ਼ਾ ਹੋ ਗਈ, ਕਹਿੰਦੇ ਸੁੱਕ ਕੇ ਕਾਨਾ ਬਣ ਗਏ। ਭਗਤ ਫਰੀਦ ਜੀ ਕਹਿੰਦੇ 12 ਸਾਲ ਬਾਅਦ ਫਿਰ ਮਨ ਵਿੱਚ ਆਏ ਵੀ ਚਲੋ ਮਾਤਾ ਜੀਆਂ ਨੂੰ ਮਿਲ ਆਈਏ। ਜਾ ਕੇ ਮਾਤਾ ਜੀਆਂ ਨੂੰ ਮਿਲ ਆਈਏ। ਜਾ ਕੇ ਭਗਤ ਫਰੀਦ ਜੀਆਂ ਨੇ ਜਦੋਂ ਤੁਰੇ ਜਾ ਰਹੇ ਨੇ, ਮਨ ਵਿੱਚ ਆਇਆ ਵੀ 12 ਤੇ 12 ਸਾਲ 24 ਸਾਲ ਲਾ ਜਾਂਦੇ। 24 ਸਾਲ ਲਾ ਕੇ ਵੀ ਆਪਣੀ ਤਪੱਸਿਆ ਦਾ ਕੋਈ ਇਮਤਿਹਾਨ ਤਾਂ ਕਰਕੇ ਵੇਖ ਲਈਏ। ਭਗਤ ਫਰੀਦ ਜੀਆਂ ਨੇ ਕਹਿੰਦੇ ਫਿਰ ਤੁਰੇ ਜਾਂਦੇ ਨੇ ਵਾਪਸ ਆਪਣੇ ਘਰ ਨੂੰ। 12 ਸਾਲਾਂ ਬਾਅਦ ਜਾਂਦੇ ਜਾਂਦੇ ਕਹਿਣ ਲੱਗੇ ਆਪਣੀ ਤਪੱਸਿਆ, ਗੁਰਮੁਖ ਪਿਆਰਿਓ ਇਹ ਤਪੱਸਿਆ ਕਠਿਨ ਤਪੱਸਿਆ ਕਰਕੇ ਤਾਈਓ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਖਿਆ ਵੀ ਤਪੱਸਿਆ ਨਾਲੋਂ ਸੇਵਾ ਦਾ ਫਲ ਜ਼ਿਆਦਾ ਹੈ। ਆਪ ਜੀ ਨੇ ਕੱਲ ਸਰਵਣ ਕੀਤਾ ਸੀ, ਤਪੱਸਿਆ ਨਾਲੋਂ ਸੇਵਾ ਦਾ ਫਲ ਜ਼ਿਆਦਾ ਹੈ। ਤਪੱਸਿਆ ਨਾਲ ਰਿੱਧੀਆਂ ਸਿੱਧੀਆਂ ਜ਼ਰੂਰ ਆ ਜਾਂਦੀਆਂ ਨੇ ਹੱਥ ਵਿੱਚ। ਭਗਤ ਫਰੀਦ ਜੀ ਆਪਣੀ ਤਪੱਸਿਆ ਦਾ ਕਹਿੰਦੇ ਇਮਤਿਹਾਨ ਕਰ ਰਹੇ ਨੇ ਵੀ ਵੇਖੀਏ ਤਾਂ ਕਹਿੰਦੇ ਉਸ ਸਮੇਂ ਚਿੜੀਆਂ ਕੋ ਚੋਗ ਚੋਗ ਰਹੀਆਂ ਸਨ। ਭਗਤ ਫਰੀਦ ਜੀ ਨੇ ਬਚਨ ਕੀਤਾ, ਚਿੜੀਓ ਮਰ ਜਾਓ। ਚਿੜੀਆਂ ਉਸੇ ਸਮੇਂ ਭਗਤ ਫਰੀਦ ਜੀ ਦੇ ਕਹਿਣ ਤੇ ਕਹਿੰਦੇ ਮਰ ਗਈਆਂ। ਫਿਰ ਸੋਚਿਆ ਭਗਤ ਫਰੀਦ ਜੀ ਨੇ ਬਈ ਇਹਨਾਂ ਦਾ ਕੀ ਕਸੂਰ ਸੀ। ਕਿਹਾ ਭਗਤ ਫਰੀਦ ਜੀ ਨੇ ਚਿੜੀਓ ਜਿਉਂਦਿਆਂ ਹੋ ਜਾਓ। ਕਹਿੰਦੇ ਉੱਡੀ ਜਿਉਂਦਿਆਂ ਹੋਈਆਂ ਉੱਡ ਗਈਆਂ ਚਿੜੀਆਂ। ਗਾਂ ਫਿਰ ਥੋੜੇ ਸਮੇਂ ਤੇ ਕਹਿੰਦੇ ਗਾਂ ਗਏ ਭਗਤ ਫਰੀਦ ਜੀ। ਅੱਗੇ ਇੱਕ ਕਹਿੰਦੇ ਉਸ ਸਮੇਂ ਕੋਈ ਲੜਕੀ ਖੂਹ ਤੋਂ ਪਾਣੀ ਭਰ ਰਹੀ ਸੀ। ਆਖਣਾ ਕੀਤਾ ਭਗਤ ਫਰੀਦ ਜੀ ਨੇ ਕਿ ਬੇਟਾ ਮੈਨੂੰ ਪਾਣੀ ਪਿਲਾਉਣਾ ਕਰੋ, ਪਿਆਸ ਲੱਗੀ ਹੈ। ਪਾਣੀ ਪਿਲਾਉਣਾ ਕਰੋ, ਪਿਆਸ ਲੱਗੀ ਹੈ। ਭਗਤ ਫਰੀਦ ਜੀ ਨੂੰ ਕਿਹਾ
ਭਗਤ ਫਰੀਦ ਜੀਆਂ ਨੇ ਜਦੋਂ ਉਸ ਲੜਕੀ ਨੂੰ ਕਿਹਾ ਵੀ ਪਾਣੀ ਪਿਲਾਓ, ਕਹਿਣ ਲੱਗੀ ਬਾਬਾ ਖੜ ਜਾ, ਮੈਂ ਅਜੇ ਘੜੇ ਭਰ ਲਵਾਂ। ਬਲਕਿ ਘੜਾ ਭਰਿਆ ਹੋਇਆ ਸੀ, ਪਾਣੀ ਉਤੋਂ ਦੀ ਜਾ ਰਿਹਾ ਸੀ ਡੁੱਲ ਡੁੱਲ ਕੇ। ਭਗਤ ਫਰੀਦ ਜੀਆਂ ਨੇ ਫਿਰ ਦੁਬਾਰਾ ਆਖਿਆ ਬੇਟਾ ਪਾਣੀ ਪਿਲਾਓ, ਪਿਆਸ ਲੱਗੀ ਹੈ। ਤੇ ਮਾਤਾ ਉਸ ਸਮੇਂ ਉਹ ਫਿਰ ਲੜਕੀ ਫਿਰ ਕਹਿਣ ਲੱਗੀ ਮਾਤਾ ਬਾਬਾ ਖੜ ਜਾ, ਇਹ ਕੋਈ ਚਿੜੀਆਂ ਮਰ ਜਾਣ ਜਾਂ ਜਿਉਂਦੀਆਂ ਹੋ ਜਾਣ, ਇਹ ਕੰਮ ਨਹੀਂ, ਖੜ ਜਾ ਪਿਲਾ ਦਿੰਨੀ ਆ ਪਾਣੀ। ਫਿਰ ਮਨ ਵਿੱਚ ਖਿਆਲ, ਪਾਣੀ ਦੀ ਪਿਆਸ ਤਾਂ ਬੁੱਝ ਗਈ ਭਗਤ ਫਰੀਦ ਜੀਆਂ ਦੀ, ਵੀ ਇਹਨੂੰ ਇੰਨੇ ਮੀਲਾਂ ਪਿੱਛੇ ਗੱਲ ਹੋਈ ਏ, ਇਹਨੂੰ ਇੱਥੇ ਕਿਵੇਂ ਪਤਾ ਲੱਗ ਗਿਆ। ਪੁੱਛਣਾ ਕੀਤਾ, ਜਦੋਂ ਡੋਲ ਕੇ ਪਾਣੀ ਹਟ ਗਈ, ਲੈ ਬਾਬਾ ਪਾਣੀ ਪੀ। ਕਹਿੰਦੇ ਨਹੀਂ ਬੇਟਾ ਪਾਣੀ ਨਹੀਂ ਪੀਣਾ, ਪਹਿਲਾਂ ਮੈਨੂੰ ਇਹ ਦੱਸ ਵੀ ਤੂੰ ਇਹ ਜਿਹੜੀ ਤਾਕਤ ਤੈਨੂੰ ਕਿਵੇਂ ਪਤਾ ਲੱਗਿਆ, ਤੈਨੂੰ ਕਿਵੇਂ ਪਤਾ ਲੱਗਿਆ ਵੀ ਚਿੜੀਆਂ ਮਰ ਗਈਆਂ ਜਿਉਂਦੀਆਂ ਹੋ ਗਈਆਂ, ਇਹ ਤਾਂ ਕਿੰਨੇ ਮੀਲ ਪਿੱਛੇ ਗੱਲ ਹੋਈ ਹੈ। ਭਗਤ ਫਰੀਦ ਜੀਆਂ ਨੂੰ ਉਸ ਸਮੇਂ ਉਹ ਲੜਕੀ ਨੇ ਆਖਿਆ ਵੀ ਬਾਬਾ ਫਰੀਦ ਜੀ ਪੁੱਛਦੇ ਨੇ ਵੀ ਤੁਹਾਨੂੰ ਇਹ ਸੇਵਾ, ਇਹ ਸ਼ਕਤੀ ਕਿੱਥੋਂ ਪ੍ਰਾਪਤ ਹੋਈ, ਇਹ ਤਾਕਤ ਕਿੱਥੋਂ ਪ੍ਰਾਪਤ ਹੋਈ। ਉਹ ਕਹਿਣ ਲੱਗੀ ਬਾਬਾ ਇਹ ਕੋਈ ਬਹੁਤੀ ਵੱਡੀ ਗੱਲ ਨਹੀਂ, ਇਹ ਤਾਂ ਮੈਂ ਇਸ ਯੁੱਗ ਦੇ ਪਾਰਵਤ ਦੀ ਸੇਵਾ ਵਿੱਚੋਂ ਇਹ ਸੇਵਾ, ਇਹ ਸ਼ਕਤੀ ਪਾਈ ਹੈ, ਇਹ ਕੋਈ ਬਹੁਤੀ ਵੱਡੀ ਗੱਲ ਨਹੀਂ। ਭਗਤ ਫਰੀਦ ਜੀਆਂ ਦੇ ਮਨ ਵਿੱਚ ਫਿਰ ਵੈਰਾਗ ਹੋਇਆ, ਉਹ ਮਨਾ ਕੱਲ ਚੜ੍ਹਦੀ ਵਰੇਸ਼ ਦੀਆਂ ਲੜਕੀਆਂ ਇੰਨੀ ਤਾਕਤ ਰੱਖਦੀਆਂ ਨੇ, ਤੂੰ ਚਿੜੀਆਂ ਮਾਰ ਕੇ ਜਿਉਂਦੀਆਂ ਕਰ ਦਿੱਤੀਆਂ। ਇੰਨੀ ਤਪੱਸਿਆ ਵਿੱਚ ਹੀ ਹੰਕਾਰ ਮਨ ਵਿੱਚ ਹਉਮੈ ਆ ਗਈ। ਤਪੱਸਿਆ ਕਾਰਨ ਕਹਿੰਦੇ ਮਨ ਵਿੱਚ ਹਉ ਜ਼ਰੂਰ ਆਉਂਦੀ ਹੈ, ਸੇਵਾ ਕਾਰਨ ਹਾਂ ਹਉ ਮੁੱਕਦੀ ਹੈ ਸਾਡੇ ਮਨ ਵਿੱਚੋਂ, ਮੈਂ ਹੰਕਾਰ ਮੁੱਕਦਾ। ਭਗਤ ਫਰੀਦ ਜੀਆਂ ਨੇ ਕਹਿੰਦੇ ਫਿਰ ਚਾਲੋ ਮੰਨਾ, ਫਿਰ ਕਹਿੰਦੇ 12 ਸਾਲ ਲਈ ਫਿਰ ਤਪ ਕਰਨ ਚਲੇ ਗਏ ਭਗਤ ਫਰੀਦ ਜੀ। ਫਿਰ ਜਾ ਕੇ ਜੰਗਲਾਂ ਵਿੱਚ ਤਪੱਸਿਆ ਕਰਨ ਲੱਗ ਗਏ। ਇਹੋ ਜਿਹੀ ਸਰੀਰ ਦੀ ਹਾਲਤ ਹੋ ਗਈ ਭਗਤ ਫਰੀਦ ਜੀਆਂ ਦੇ। ਕਹਿੰਦੇ ਇੱਕ ਦਫਾ ਭਗਤ ਫਰੀਦ ਜੀ ਰਾਤ ਕਾਫੀ ਲੰਮਾ ਸਮਾਂ ਕਹਿੰਦੇ ਖੜੇ ਕੇ ਤਪ ਕਰਦੇ। ਭਗਤ ਫਰੀਦ ਜੀ ਖੜ ਕੇ ਤਪ ਕਰਦੇ। ਭਗਤ ਫਰੀਦ ਜੀ ਖੜੇ ਤਪ ਕਰ ਰਹੇ ਨੇ। ਕਹਿੰਦੇ ਇੱਕ ਲੋਹਾਰ ਲੱਕੜਹਾਰਾ ਲੱਕੜਾਂ ਵੱਢਣ ਸੁੱਕੀਆਂ ਲੱਕੜਾਂ ਦੀ ਭਾਲ ਕਰਦਾ ਉੱਥੇ ਆ ਪਹੁੰਚਾ ਜਿੱਥੇ ਭਗਤ ਫਰੀਦ ਜੀ ਖੜੇ ਤਪ ਕਰਦੇ ਸਨ। ਮੂੰਹ ਹਨੇਰਾ ਭਗਤ ਫਰੀਦ ਜੀਆਂ ਦੇ, ਕੰਧ ਕਹਾੜਾ ਭਗਤ ਫਰੀਦ ਜੀਆਂ ਦਾ ਬਚਨ ਹੈ, ਕੰਧ ਕਹਾੜਾ ਸਿਰ ਕੜਾ ਵਣ ਕੇ ਸਰ ਲੋਹਾਰ। ਭਗਤ ਫਰੀਦ ਜੀਆਂ ਦਾ ਇਹ ਬਚਨ ਹੈ, ਕੰਧ ਕਹਾੜਾ ਸਿਰ ਕੜਾ ਵਣ ਕੇ ਸਰ ਲੋਹਾਰ, ਹਉ ਲੋੜੀ ਸੋ ਆਪਣਾ ਤੂੰ ਲੋੜੇ ਅੰਗਿਆਰ। ਭਗਤ ਫਰੀਦ ਜੀ ਕਹਿੰਦੇ ਉਹ ਲੱਕੜਹਾਰਾ ਨਾ ਜਿਹੜਾ ਹਥੌੜੇ ਦਾ ਪਿਛਲਾ ਪਾਸਾ ਹੁੰਦਾ ਪੀਣ, ਉਹ ਮਾਰ ਕੇ ਭਗਤ ਫਰੀਦ ਜੀਆਂ ਦੇ ਸਰੀਰ ਤੇ ਮਾਰ ਕੇ ਵੇਖਦਾ ਵੀ ਲੱਕੜ ਸੁੱਕੀ ਹੈ ਜਾਂ ਗਿੱਲੀ ਹੈ। ਇਹੋ ਜੀ ਸਰੀਰ ਦੀ ਹਾਲਤ ਹੋ ਗਈ। ਭਗਤ ਫਰੀਦ ਜੀ ਉਹ ਲੱਕੜਹਾਰੇ ਨੂੰ ਕਹਿਣ ਲੱਗੇ, ਉਹ ਭਾਈ ਤੂੰ ਇਹ ਸਰੀਰ ਤੋਂ ਕੋਲਿਆਂ ਦੀ ਪ੍ਰਾਪਤੀ ਚਾਹੁੰਦਾ, ਪਰ ਮੈਂ ਇਥੋਂ ਰੱਬ ਦੀ ਪ੍ਰਾਪਤੀ ਚਾਹੁੰਦਾ। ਉਸ ਸਮੇਂ ਭਗਤ ਫਰੀਦ ਜੀਆਂ ਨੇ ਬਚਨ ਇਹ ਸਰਵਣ ਇਹ ਤਾਂ ਆਖਿਆ ਮਹਾਰਾਜ ਜੀ, ਸਾਰੇ ਪੜਿਓ ਪਿਆਰ ਨਾਲ। ਉਹ ਕਿਤੇ ਮਾਰਨਾ ਮੁਕਾਮੀ ਮੇਰੇ ਆ ਵੀਰ ਨਾ, ਖਾਤਰ ਕੋਲਿਆਂ ਦੀ ਕਿਤੇ ਮਾਰਨਾ ਮੁਕਾਮੀ ਮੇਰੇ ਆ ਵੀਰ ਨਾ, ਖਾਤਰ ਕੋਲਿਆਂ ਦੀ। ਉਹ ਖਾਤਰ ਕੋਲਿਆਂ ਖਾਤਰ ਕੋਲਿਆਂ
ਮੇਰਿਆ ਵੀਰ ਨਾ ਖਾਤਰ ਕੋਲਿਆ। ਉਸ ਸਮੇਂ ਭਗਤ ਫਰੀਦ ਜੀਆਂ ਨੇ ਆਖਿਆ, ਦੇਖੀ ਭਰਾਵਾ ਕਿਤੇ ਮਾਰ ਨਾ ਦੇਵੀਂ। ਕਹਿੰਦੇ ਤੂੰ ਇਸ ਸਰੀਰ ਤੋਂ ਕੋਲਿਆਂ ਦੀ ਪ੍ਰਾਪਤੀ ਚਾਹੁੰਦਾ, ਵੀ ਸੁੱਕੀ ਲੱਕੜ ਲੱਭਦਾ ਫਿਰਦਾ, ਪਰ ਮੈਂ ਇਸ ਸਰੀਰ ਤੋਂ ਰੱਬ ਦੀ ਪ੍ਰਾਪਤੀ ਚਾਹੁੰਦਾ, ਰੱਬ ਨੂੰ ਮਿਲਣਾ ਇਸ ਸਰੀਰ ਰਾਹੀਂ। ਭਗਤ ਫਰੀਦ ਜੀਆਂ ਨੇ ਉਸ ਸਮੇਂ ਕੰਧ ਕੁਹਾੜਾ ਸਿਰ ਕੜਾ, ਸਿਰ ਤੇ ਉਸ ਲੱਕੜਹਾਰੇ ਦੇ ਕਹਿੰਦੇ ਘੜਾ ਰੱਖਿਆ ਹੋਇਆ, ਮੋਢੇ ਤੇ ਕੁਹਾੜਾ, ਸੁੱਕੀ ਲੱਕੜ ਦੀ ਭਾਲ ਕਰਦਾ ਕਰਦਾ ਭਗਤ ਫਰੀਦ ਜੀਆਂ ਕੋਲ ਆ ਗਿਆ। ਭਗਤ ਫਰੀਦ ਜੀ ਕਹਿਣ ਲੱਗੇ, ਦੇਖੀ ਭਰਾਵਾ ਮਾਰ ਨਾ ਦੇਈਂ, ਮੈਂ ਇਸ ਸਰੀਰ ਤੋਂ ਅਜੇ ਰੱਬ ਦੀ ਪ੍ਰਾਪਤੀ ਚਾਹੁੰਦਾ। ਹਾਂ ਸੁੱਕ ਜ਼ਰੂਰ ਗਿਆ, ਕਿਉਂ ਉਸ ਸਮੇਂ ਹਾਲਤ ਇਹੋ ਜਿਹੀ ਹੁੰਦੀ ਹੈ ਵਜੋਗੀ ਪੁਰਸ਼ ਦੀ। ਉਸ ਸਮੇਂ ਭਗਤ ਫਰੀਦ ਜੀ ਨੇ ਇਹੋ ਜਿਹੇ ਵਚਨ ਵੀ ਉਚਾਰਨ ਕੀਤੇ, ਸਾਰੇ ਪੜਿਆ ਕਰੋ ਪਿਆਰ ਨਾਲ। ਨਾ ਜੀਵੇ ਤੇਰੇ ਨਾਮ ਦਾ ਵਿਜੋਗੀ, ਨਾ ਜੀਵੇ ਤੇਰੇ ਨਾਮ ਦਾ ਵਿਜੋਗੀ, ਨਾ ਉਹ ਨਾ ਜੀਵੇ ਤੇਰੇ ਨਾਮ, ਨਾ ਜੀਵੇ ਤੇਰੇ ਨਾਮ। ਨਾਮ ਦਾ ਵਿਜੋਗੀ ਤੇਰੇ ਨਾਮ ਦਾ ਵਿਜੋਗੀ, ਨਾਮ ਦਾ ਵਿਜੋਗੀ ਜਿਹੜੇ ਨਾਮ ਦਾ ਵਿਜੋਗੀ। ਓ ਨਾਮ ਦਾ ਵਿਜੋਗੀ ਤੇਰੇ, ਓ ਨਾ ਜੀਵੇ ਤੇਰੇ ਨਾਮ ਦਾ ਵਿਜੋਗੀ, ਨਾ ਜੀਵੇ ਤੇਰੇ ਨਾਮ ਦਾ ਵਿਜੋਗੀ। ਬਿਰਹੋ ਭਯੰਗ ਮਨ ਵਸੈ ਮੰਤ ਨ ਮੰਨੈ ਕੋਈ, RAM ਵਿਜੋਗੀ ਨਾ ਜੀਐ ਜੀਐ ਤਾਂ ਬਹੁਰਾ ਹੋਏ। ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣਾ ਚਾਹੁੰਦੇ ਨੇ, ਰੱਬ ਨੂੰ ਮਿਲਦੇ ਨੇ, ਉਹਦੇ ਯਾਦ ਦੇ ਵਿੱਚ ਜੁੜੇ ਰਹਿੰਦੇ ਨੇ ਗੁਰਮੁਖ ਪਿਆਰਿਓ। ਬੜੇ ਸੋਹਣਾ ਲਿਖਿਆ, ਕਹਿੰਦੇ ਪਹਿਲੇ ਪਹਿਲੇ ਹਰ ਕੋਈ ਜਾਗੇ। ਜਿਹੜਾ ਪਹਿਲਾ ਪਹਿਰ ਹੁੰਦਾ ਹੈ ਉਸ ਸਮੇਂ ਆਪਾਂ ਵੇਖਦੇ ਹਾਂ ਹਰੇਕ ਹੀ ਜਾਗਦਾ ਹੁੰਦਾ। ਪਹਿਲੇ ਪਹਿਰੇ ਹਰ ਕੋਈ ਜਾਗੇ, ਦੂਜੇ ਪਹਿਰੇ ਭੋਗੀ, ਤੀਸਰੇ ਪਹਿਰੇ ਤਸਕਰ ਜਾਗੇ, ਚੌਥੇ ਪਹਿਰੇ ਜੋਗੀ। ਜਿਹੜਾ ਸਮਾਂ ਰਾਤ ਦਾ ਕਹਿੰਦੇ ਉਸ ਸਮੇਂ ਜਾਂ ਤਾਂ ਦੁਖੀਆ ਬਿਮਾਰ ਬੰਦਾ ਨਹੀਂ ਸੌਂਦਾ, ਦੂਜਾ ਬੰਦਾ ਉਹ ਨਹੀਂ ਸੌਂਦਾ ਜਿਹਨੇ ਰੱਬ ਨੂੰ ਮਿਲਣਾ ਹੋਵੇ। ਭਗਤ ਫਰੀਦ ਜੀ ਸਾਰੀ ਰਾਤ ਖੜ ਕੇ ਕਹਿੰਦੇ ਤਪ ਕਰਦੇ ਨੇ। ਵਿਜੋਗ ਦੇ ਵਿੱਚ ਮਨ ਵਿੱਚ ਵਿਰਾਗ ਹੈ ਵੀ ਰੱਬ ਨੂੰ ਮਿਲਣਾ, ਖੁਦਾ ਅੱਲਾਹ ਤਾਲਾ ਨੂੰ ਜ਼ਰੂਰ ਮਿਲਣਾ। ਭਗਤ ਫਰੀਦ ਜੀ ਦਾ ਐਸਾ ਸਮਾਂ ਕਹਿੰਦੇ ਸਰੀਰ ਸੁੱਕ ਕੇ ਕਾਨਾ ਬਣ ਚੁੱਕੇ ਹੈ। ਇੱਕ ਦਫਾ ਭਗਤ ਫਰੀਦ ਜੀ ਪਾਸ ਕਹਿੰਦੇ ਕਾਂ ਹੁੰਦਾ, ਕਾਂ ਆ ਕੇ ਭਗਤ ਫਰੀਦ ਜੀ ਦਾ ਐਸਾ ਸਮਾਂ ਮੁਰਦੇ ਦੀ ਨਿਆਈ ਹੋਇਆ ਸਰੀਰ ਪਿਆ ਭਗਤ ਫਰੀਦ ਜੀ ਦਾ। ਐਸੀ ਹਾਲਤ ਬਣ ਗਈ ਭਗਤ ਫਰੀਦ ਜੀ ਦੀ, ਐਸੀ ਦਸ਼ਾ ਹੋ ਗਈ। ਕਾਂ ਆਉਂਦੇ ਨੇ, ਕਹਿੰਦੇ ਪਹਿਲਾਂ ਪੈਰਾਂ ਵੱਲੋਂ ਠੁੰਗਾ ਮਾਰਦੇ, ਨੇਤਰਾਂ ਵੱਲ ਨੂੰ ਜਾਂਦੇ ਨੇ, ਅੱਖਾਂ ਵੱਲ, ਸਿਰ ਵੱਲ ਨੂੰ। ਜੇ ਕਹਿੰਦੇ ਠੁੰਗ ਮਾਰਦੇ, ਕਾਂ ਦਾ ਇਹ ਸੁਭਾਅ ਹੈ, ਜੇ ਪੈਰਾਂ ਵੱਲ ਜਾਏਗਾ ਠੁੰਗ ਮਾਰ ਕੇ ਵੇਖੇਗਾ, ਜੇ ਹਿੱਲਦਾ ਫਿਰ ਉੱਡ ਜਾਏਗਾ, ਭੱਜ ਜਾਏਗਾ, ਪਰ ਜੇ ਨਹੀਂ ਫਿਰ ਮੁਰਦਾ ਨੇ ਜਾਣ ਕੇ ਉਹਨੂੰ ਖਾਣਾ ਸ਼ੁਰੂ ਕਰ ਦਿੰਦਾ। ਭਗਤ ਫਰੀਦ ਜੀ ਦੇ ਪੈਰਾਂ ਵੱਲ ਠੁੰਗ ਮਾਰਦਾ ਮਾਰਦਾ ਭਗਤ ਫਰੀਦ ਜੀ ਦੇ ਸਿਰ ਵੱਲ ਗਿਆ ਭਗਤ ਫਰੀਦ ਜੀ ਦੇ। ਉਸ ਸਮੇਂ ਭਗਤ ਫਰੀਦ ਜੀ ਨੇ ਆਖਿਆ, ਉਹ ਕਾਗਾ ਕਾਗਾ ਕਰ ਡੰਡੋਲਿਆ, ਸਗਲਾ ਖਾਇਆ ਮਾਸ, ਇਹ ਦੋ ਨੈਣਾ ਮਤ ਚੂਓ ਫਿਰ ਦੇਖਣ ਕੀ ਆਸ। ਉਸ ਸਮੇਂ ਭਗਤ ਫਰੀਦ ਜੀ ਨੇ ਐਸੇ ਵਚਨ ਉਚਾਰਨ ਕੀਤੇ, ਸਾਰੇ ਪੜਿਓ ਪਿਆਰ ਨਾਲ। ਕਾਗਾ ਇਹ ਦੋ ਨੈਣ ਮਤ ਛੇੜਿਓ, ਕਾਗਾ ਇਹ ਦੋ ਨੈਣ ਮਤ ਛੇੜਿਓ, ਕਾਗਾ
फरीद जी ने आख्या कागा कर ढंडोलिया सगला खाया मास। ओ कामा जे तू चाहुना भी सारा मास खा लै पर आ दो नैन आ नेत्र ना मेरे खाई, मैं ए नेत्रा नाल उस रब नूं मिलना। भगत फरीद जी ने ऐसे वचन भी उच्चारण कीते। आस वे कागा मैनू रब दे मिलन दी, आस वे कागा मैनू रब दे मिलन दी, आस वे ओ आस वे कागा, आस वे कागा मैनू रब दे मिलन दी, रब दे मिलन दी, रब दे मिलन दी, प्रिया दे मिलन दी। ओ रब दे मिलन, आस वे कागा मैनू रब दे मिलन, आस वे कागा मैनू प्रिया दे मिलन दी, आस वे आस वे कागा मैनू प्रिया दे मिलन, प्रिया दे मिलन दी, रब दे मिलन दी, प्रिया दे मिलन दी, रब दे मिलन दी। आस वे कागा मैनू रब दे मिलन दी, आस वे कागा मैनू रब दे मिलन दे। मैनू रब दे मिलन, उड हो ना कागा कारे बेग मलीजै अपने राम प्यारे। कागा उड कहंदे जिवें पुराने समय च कहंदे माइयां करदे सी ना, उड जा कागा उड उड मेरे कामा काले कामा तेनों कुट चोरी पावा। कहंदे भगत फरीद जी भी एवें वचन करदे ने, उड उड हो ना कागा कारे बेग मलीजै अपने राम प्यारे। मैं अपने राम प्यारे नूं मिलना, रब अल्लाह ताला दा दर्शन करना। कावां नूं कहंदे ने उड जा कावां, मैं अकाल पुरख उस अल्लाह ताला नूं मिलण दे चाहना विच बैठा। कहंदे हुण 12 ते 12 12 36 साल भगत फरीद जी ने तपस्या, इन्नी कठिन तपस्या खूह विच भी पुठे लटकदे रहे, पर अजे तक वो शांति पीस ऑफ माइंड मन दी शांति जिहड़ी अजे तक उहनूं प्राप्त नहीं हुई। किसी ने दसिया कहंदे भगत फरीदिया तैं 36 साल लगा दिते पर तैनूं अजे तक वो सुख दा साह नहीं मिलिया। अजे तक 36 साल भी लाते पर रब दा दर्शन नहीं होया, तैनूं खुदा मिलिया नहीं अजे तक, किवें मिल सकदा है? कहंदे वेख फरीद ऐसे रब नूं मिल जिहड़ा आप मिलिया होवे, आप मिलिया होवे वो तैनूं खुदा नाल मिला सकदा है। अन्ना बंदा कदे किसी अन्ने नूं राह नहीं विखा सकदा। जिहड़ा अन्ना मनुख होवे नेत्रहीन होवे वो कदे अगे वाले नेत्रहीन नूं राह विखा सकदा है? नहीं दिखा सकदा। इसे तरह कच्चे बिल्लियां कोल आपां तुरे फिरदे आ, किसी साधु संत दी चंगे साधु संत दी महापुरख दी संगत नहीं कीती जिहड़े आप जुड़े होण। भगत फरीद नूं किसी ने समझाया जा पहला तू गुरु धारण कर, फिर तैनूं
ਇਹ ਜਿਹੜੀ ਸੁੱਖ ਦੀ ਸ਼ਾਂਤੀ ਮਿਲੂਗੀ, ਫਿਰ ਕਿਤੇ ਜਾ ਕੇ ਤੈਨੂੰ ਰੱਬ ਦਾ ਦੀਦਾਰ ਹੋਣਾ। ਪਹਿਲਾਂ ਮਿਲਿਆ ਹੋਇਆਂ ਨੂੰ ਮਿਲ। ਫਿਰ ਭਗਤ ਫਰੀਦ ਜੀਆਂ ਨੂੰ ਕਹਿੰਦੇ ਦੱਸਿਆ ਗਿਆ ਵੀ ਜਾਓ ਤੁਸੀਂ ਫਾਜ਼ਲ ਦੀ ਅਜਮੇਰ, ਪਾਕਿਸਤਾਨ ਵਿੱਚ ਇੱਧਰ ਪੈਂਦਾ ਫਾਜ਼ਲ ਦੀ ਅਜਮੇਰ, ਜਾ ਕੇ ਭਗਤ ਫਰੀਦ ਜੀਆਂ ਨੇ ਫਿਰ ਇੱਕ ਗੁਰੂ ਧਾਰਨ ਕੀਤਾ। ਫਿਰ ਜਦੋਂ ਜਾ ਕੇ ਗੁਰੂ ਧਾਰਨ ਕੀਤਾ, ਸੇਵਾ ਸਿਮਰਨ ਕਰਨ ਲੱਗੇ, ਸੇਵਾ ਵੀ ਕੀਤੀ। ਦੋਨੋਂ ਚੀਜ਼ਾਂ ਭਗਤ ਫਰੀਦ ਜੀਆਂ ਨੇ। ਬੰਦਗੀ ਵੀ ਕੀਤੀ, ਬੰਦਗੀ ਤਾਂ 36 ਸਾਲ ਤਪ ਕੀਤਾ। ਥੋੜੀ ਬੰਦਗੀ ਸੀ, ਤਪੱਸਿਆ ਕੀਤੀ, ਕਿਤੇ ਕਠਨ ਤਪੱਸਿਆ ਉਹ ਵੀ। ਫਿਰ ਭਗਤ ਫਰੀਦ ਜੀਆਂ ਨੇ ਉਸ ਪੀਰ ਮੁਰਸ਼ਦ ਦੀ ਸੇਵਾ ਵਿੱਚ ਵੀ ਆਪਣਾ ਜੀਵਨ ਲਾਇਆ। ਸੇਵਾ ਕੀ ਕੀਤੀ ਭਗਤ ਫਰੀਦ ਜੀਆਂ ਨੇ? ਜਦੋਂ ਉਸ ਪੀਰ ਨੂੰ ਮੁਰਸ਼ਦ ਨੂੰ ਆਪਣਾ ਧਾਰਨ, ਗੁਰੂ ਧਾਰਨ ਕੀਤਾ, ਪਹਿਲੇ ਦਿਨ ਹੀ ਉਹ ਸ਼ਾਂਤੀ ਮਿਲੀ ਜਿਹੜੀ ਇੰਦਰ ਮਹਾਰਾਜਾ ਇੰਦਰਪਾਸ ਵੀ ਨਹੀਂ, ਉਹ ਸ਼ਾਂਤੀ ਗੁਰੂ ਧਾਰਨ ਕੀਤਿਆਂ। ਸਤਿਗੁਰ ਦੀ ਬਾਣੀ ਆਖਦੇ ਬਿਨਾ ਗੁਰ ਮੁਕਤ ਨਹੀਂ ਹੋਇਆ ਜਾ ਸਕਦਾ। ਗੁਰਮੁਖ ਪਿਆਰਿਓ, ਭਗਤ ਫਰੀਦ ਜੀਆਂ ਨੇ ਜਦੋਂ ਉਸ ਪੀਰ ਨੂੰ ਮੁਰਸ਼ਦ ਨੂੰ ਧਾਰਨ ਕੀਤਾ, ਜਿੱਥੇ ਹੋਰ ਸੇਵਾ ਸੰਭਾਲੀ ਭਗਤ ਫਰੀਦ ਜੀਆਂ ਨੇ, ਉਸ ਸਮੇਂ ਕਹਿੰਦੇ ਉਹ ਪੀਰ ਦੀ, ਆਪਣੇ ਪੀਰ ਦੀ ਜਿਹਨੂੰ ਗੁਰੂ ਧਾਰਨ ਕੀਤਾ ਸੀਗਾ, ਉਸ ਸਮੇਂ ਸਰਦੀਆਂ ਦੇ ਸਮੇਂ ਵਿੱਚ ਉਸ ਪੀਰ ਦਾ ਇਸ਼ਨਾਨ ਕਰਾਉਣਾ, ਜਾ ਗਰਮ ਪਾਣੀ ਗਰਮ ਜਲ ਕਰਕੇ ਆਪਣੇ ਪੀਰ ਦਾ ਮੁਰਸ਼ਦ ਦਾ ਇਸ਼ਨਾਨ ਕਰਾਉਣਾ ਰੋਜ਼ ਰੋਜ਼ਾਨਾ। ਕਹਿੰਦੇ ਕੁਝ ਸਮਾਂ ਇਹੋ ਜਿਹਾ ਬਣਿਆ, ਮੀਂਹ ਪੈਂਦੇ ਸਨ। ਭਗਤ ਫਰੀਦ ਜੀਆਂ ਨੇ ਜਿਹੜੀ ਅੱਗ ਦੱਬੀ ਹੋਈ ਸੀ ਆਪਣੇ ਪੀਰ ਮੁਰਸ਼ਦ ਦੇ ਪਾਣੀ ਇਸ਼ਨਾਨ ਕਰਾਉਣ ਵਾਸਤੇ, ਗਰਮ ਪਾਣੀ ਕਰਨ ਵਾਸਤੇ, ਮੀਂਹ ਇੰਨਾ ਪਿਆ ਜ਼ੋਰ ਦਾ, ਕਹਿੰਦੇ ਉਹ ਅੱਗ ਵੀ ਬੁਝ ਗਈ ਜਿਹੜੀ ਦੱਬ ਕੇ ਰੱਖੀ ਹੋਈ ਸੀ। ਅੱਗ ਦੀ ਟੋਲ ਕਾਲ ਕਰਦੇ ਕਰਦੇ ਭਗਤ ਫਰੀਦ ਜੀ ਕਹਿੰਦੇ ਗਏ ਇੱਕ ਰਾਣੀ ਪਾਸ, ਦੂਰੋਂ ਵੇਖਿਆ ਵੀ ਅੱਗ ਚੱਲ ਰਹੀ ਹੈ। ਭਗਤ ਫਰੀਦ ਜੀਆਂ ਨੇ ਆਖਿਆ, ਉਸ ਸਮੇਂ ਵੀ ਬਚਨ ਇਹੋ ਜਿਹੇ ਆਪਾਂ ਭਗਤ ਫਰੀਦ ਜੀਆਂ ਦੇ ਸੁਣਦੇ ਆ। ਭਗਤ ਫਰੀਦ ਜੀਆਂ ਦੇ ਗਲੀਏ ਚਿੱਕੜ ਦੂਰ ਕਰ ਨਾਲ ਪਿਆਰੇ ਨੇਹੋ, ਚਲਾਂ ਤਾਂ ਬੀਜੈ ਕੰਬਲੀ ਅੱਲੋਹ ਵਰਸੈ ਮੇਹੋ। ਸਾਰੇ ਪੜਿਓ ਪਿਆਰ ਨਾਲ। ਜੇ ਚੱਲਦਾ ਤਾਂ ਭਿਜਦੀ ਐ ਕੰਬਲੀ, ਜੇ ਮੈਂ ਚੱਲਦਾ ਤਾਂ ਭਿਜਦੀ ਐ ਕੰਬਲ, ਰਹਿੰਦਾ ਨਿਉ ਟੁੱਟਦਾ ਮੇਰਾ ਰਹਿੰਦਾ ਨਿਉ ਟੁੱਟਦਾ। ਜੇ ਮੈਂ ਚੱਲਦਾ ਤਾਂ ਭਿਜਦੀ ਐ ਕੰਬਲੀ, ਰਹਿੰਦਾ ਨਿਉ ਟੁੱਟਦਾ ਮੇਰਾ ਰਹਿੰਦਾ ਨਿਉ ਟੁੱਟਦਾ। ਮਾਈਆ ਬੋਲਿਆ ਕਰਦਾ, ਚੱਲਦਾ ਤਾਂ ਭਿਜਦੀ ਐ ਕੰਬਲੀ, ਰਹਿੰਦਾ ਨਿਉ ਟੁੱਟਦਾ ਮੇਰਾ। ਚੱਲਦਾ ਤਾਂ ਭਿਜਦੀ ਐ ਕੰਬਲੀ, ਜੇ ਮੈਂ ਚੱਲਦਾ ਤਾਂ ਭਿਜਦੀ ਐ ਕੰਬਲੀ, ਜੇ ਮੈਂ ਚੱਲਦਾ। ਉਹ ਚੱਲਦਾ ਤਾਂ ਭਿਜਦੀ ਐ। ਜੇ ਮੈਂ ਚੱਲਦਾ ਤਾਂ ਭਿਜਦੀ ਐ ਕੰਬਲੀ, ਰਹਿੰਦਾ ਨਿਉ ਟੁੱਟਦਾ ਮੇਰਾ ਰਹਿੰਦਾ ਨਿਉ ਟੁੱਟ। ਜੇ ਮੈਂ ਚੱਲਦਾ ਤਾਂ ਚੱਲਦਾ ਤਾਂ ਭਿਜਦੀ ਐ ਕੰਬਲੀ, ਰਹਿੰਦਾ ਨਿਉ ਟੁੱਟਦਾ। ਭਗਤ ਫਰੀਦ ਜੀਆਂ ਨੇ ਆਖਿਆ ਉਸ ਸਮੇਂ, ਕਿਉਂਕਿ ਜੇ ਕਹਿੰਦੇ ਮੈਂ ਜੇ ਛੱਡਦਾ ਮੈਂ ਸੇਵਾ ਵਿੱਚ ਵਿਚਾਲੇ ਛੱਡਦਾ, ਤੇ ਇੰਨੇ ਸਮੇਂ ਦੀ, ਲੰਬੇ ਸਮੇਂ ਦੀ ਸੇਵਾ ਆਪਣੇ ਪੀਰ ਦੀ ਮੁਰਸ਼ਦ ਦੀ ਸੇਵਾ ਕਰਦੇ ਆ, ਉਹ ਕਿਸੇ ਕੰਮ ਦੀ ਨਹੀਂ। ਭਗਤ ਫਰੀਦ ਜੀ ਆਖ ਰਹੇ ਨੇ, ਗਲੀਏ ਚਿੱਕੜ ਦੂਰ ਕਰ ਨਾਲ ਪਿਆਰੇ ਨੇਹੋ, ਚੱਲਾਂ ਤਾਂ ਪੀਜੈ ਕੰਬਲੀ ਰਹਾ ਤਾਂ ਟੁੱਟੈ ਨੇਹੋ। ਕਹਿੰਦਾ ਜੇ ਮੈਂ ਛੱਡਣਾ ਸੇਵਾ ਤਾਂ ਮੇਰਾ ਨੇਹੋ ਟੁੱਟਦਾ। ਇੰਨੇ ਸਮੇਂ ਦੀ ਸੇਵਾ ਕਿਸੇ ਕੰਮ ਦੀ ਨਹੀਂ। ਭਗਤ ਫਰੀਦ ਜੀ ਅੱਗੇ ਬਚਨ ਕਰਦੇ ਨੇ, ਗਲੀਏ ਚਿੱਕੜ ਦੂਰ ਕਰ ਨਾਲ ਪਿਆਰੇ ਨੇਹੋ, ਚੱਲਾਂ ਤਾਂ ਪੀਜੈ ਕੰਬਲੀ ਰਹਾ ਤਾਂ ਟੁੱਟੈ ਨੇਹੋ, ਭੀਜੋ ਸੀਜੋ ਕੰਬਲੀ ਅੱਲੋ ਵਰਸੈ ਮੇਹੋ। ਭਗਤ ਫਰੀਦ ਜੀ ਫਿਰ ਪੜ੍ਹਦੇ ਜਾ ਰਹੇ ਨੇ, ਨਾਲੇ ਅੱਗ ਦੀ ਢੂੰਡ ਕਰਦੇ ਫਿਰਦੇ ਨੇ ਵੀ ਕਿਤੋਂ ਅੱਗ ਮਿਲ ਜਾਏ, ਮੈਂ ਆਪਣੇ ਪੀਰ ਮੁਰਸ਼ਦ ਦਾ ਇਸ਼ਨਾਨ ਕਰਾ ਦਿਆਂ। ਜੇ ਮੈਂ ਚੱਲਦਾ ਤਾਂ ਭਿਜਦੀ ਐ ਕੰਬਲੀ, ਰਹਿੰਦਾ ਤੇ
ਨਹੀਂ ਹੋ ਟੁੱਟਦਾ, ਜੇ ਮੈਂ ਚੱਲਦਾ ਤਾਂ ਭਿੱਜਦੀ ਐ ਕੰਬਲੀ, ਰਹਿੰਦਾ ਨਹੀਂ ਹੋ ਟੁੱਟਦਾ। ਜੀ ਰਹਿੰਦਾ ਨਹੀਂ ਹੋ ਟੁੱਟ, ਬੋਲਿਆ ਕਰੋ। ਮੇਰਾ ਨਿਹੋ ਨਾ ਗੁਰਾਂ ਨਾਲੋਂ ਟੁੱਟ ਜੇ, ਕੰਬਲੀ ਪੋਸ਼ਾਕ ਭਿੱਜ, ਮੇਰਾ ਨਿਹੋ ਨਾ ਗੁਰਾਂ ਨਾਲੋਂ ਟੁੱਟ ਜੇ, ਕੰਬਲੀ ਪੋਸ਼ਾਕ ਭਿੱਜ ਜੇ। ਕੰਬਲੀ ਪੋਸ਼ਾਕ ਨਿਹੋ ਨਾ ਗੁਰਾਂ ਨਾਲੋਂ ਟੁੱਟ ਜੇ, ਕੰਬਲੀ ਦੀ ਪੋਸ਼ਾਕ ਭਿੱਜ ਜੇ, ਕੰਬਲੀ ਦੀ ਪੋਸ਼ਾਕ ਭਿੱਜ ਜੇ। ਹਾਂ ਕੰਬਲੀ ਦੀ ਮੇਰਾ ਨਿਹੋ ਨਾ ਗੁਰਾਂ ਨਾਲੋਂ ਟੁੱਟ ਜੇ, ਕੰਬਲੀ ਪੋਸ਼ਾਕ ਭਿੱਜ, ਮੇਰਾ ਨਿਹੋ ਨਾ ਗੁਰਾਂ ਨਾਲੋਂ ਕੰਬਲੀ ਪੋਸ਼ਾਕ ਭਿੱਜ ਜੇ। ਭਗਤ ਫਰੀਦ ਜੀ ਆਖਦੇ ਨੇ ਪੀਜੋ ਸੀਜੋ ਕੰਬਲੀ ਨਾਲ ਪਿਆਰ। ਕਹਿੰਦੇ ਜੇ ਮੇਰਾ ਕੰਬਲੀ ਭੇਜਦੀ ਹੈ ਕੋਈ ਗੱਲ ਨਹੀਂ, ਪਰ ਮੈਂ ਆਪਣੇ ਪੀਰ ਮੁਰਸ਼ਿਦ ਦਾ ਇਸ਼ਨਾਨ ਜਿਹੜੀ ਮੇਰੀ ਰੋਜ਼ਾਨਾ ਦੀ ਸੇਵਾ ਹੈ ਜ਼ਰੂਰ ਕਰਨੀ। ਹੁਣ ਦੂਰੋਂ ਵੇਖਿਆ ਵੀ ਅੱਗ ਦੀ ਲਾਲਟਨ ਜੀ ਵਗ ਰਹੀ ਹੈ। ਉਹ ਘਰ ਸੀ ਰਾਣੀ ਦਾ। ਕਹਿੰਦੇ ਜਾ ਕੇ ਦਰਵਾਜ਼ਾ ਖੜਾਇਆ ਭਗਤ ਫਰੀਦ ਜੀਆਂ ਨੇ, ਜਾ ਕੇ ਅੱਗ ਦੀ ਮੰਗ ਕੀਤੀ ਵੀ ਮੈਨੂੰ ਥੋੜੀ ਜਿਹੀ ਅੱਗ ਦੇ ਦਿਓ, ਮੈਂ ਆਪਣੇ ਪੀਰ ਮੁਰਸ਼ਿਦ ਦਾ ਇਸ਼ਨਾਨ ਕਰਾਉਣਾ। ਕਹਿੰਦੇ ਉਹ ਰਾਣੀ ਕਹਿਣ ਲੱਗੀ ਭਾਈ ਬਾਬਾ ਅੱਗ ਤੈਨੂੰ ਜ਼ਰੂਰ ਮਿਲ ਜੂਗੀ, ਪਰ ਇਹ ਅੱਗ ਤੈਨੂੰ ਇੰਨੀ ਸਸਤੀ ਨਹੀਂ ਮਿਲਣੀ। ਕਹਿੰਦੇ ਕਿਉਂ? ਭਗਤ ਫਰੀਦ ਜੀ ਆਖਣ ਲੱਗੇ ਦੱਸੋ ਕੀ ਚਾਹੀਦਾ, ਕੀ ਤੁਹਾਨੂੰ ਇਹਦੀ ਸ਼ੌਹਰਤ ਕੀ ਮਾਇਆ ਚਾਹੀਦੀ ਹੈ? ਕਹਿੰਦੇ ਨਾ ਬਾਬਾ ਇਹ ਸਾਨੂੰ ਇਹਦੀ ਮਾਇਆ ਨਹੀਂ ਚਾਹੀਦੀ ਅੱਗ ਦੀ, ਕਹਿੰਦੇ ਮੈਨੂੰ ਤੇਰੀ ਅੱਖ ਚਾਹੀਦੀ ਹੈ। ਭਗਤ ਫਰੀਦ ਜੀ ਕਹਿਣ ਲੱਗੇ। ਉਹ ਰਾਣੀ ਕਹਿਣ ਲੱਗੀ ਭਗਤ ਫਰੀਦ ਜੀਆਂ ਨੂੰ ਵੀ ਮੈਨੂੰ ਤੁਹਾਡੀ ਅੱਖ ਚਾਹੀਦੀ ਹੈ, ਤੁਹਾਡੀ ਅੱਖ ਚਾਹੀਦੀ ਹੈ, ਫਿਰ ਅੱਗ ਲੈ ਜਾਓ। ਭਗਤ ਫਰੀਦ ਜੀ ਹੱਸ ਕੇ ਕਹਿਣ ਲੱਗੇ ਰਾਣੀਏ ਤੈਂ ਕਹਿੰਦੇ ਇਹ ਤਾਂ ਬੜਾ ਸਸਤਾ ਸੌਦਾ ਕਰ ਲਿਆ, ਬੜਾ ਸਸਤਾ। ਜੇ ਤੂੰ ਇੱਥੇ ਅੱਖ ਦੀ ਥਾਂ ਤੇ ਸਾਰਾ ਸਰੀਰ ਕਿਤੇ ਮਾਰ ਵੀ ਦਿੰਦੀ, ਮੈਂ ਫਿਰ ਵੀ ਕਹਿੰਦਾ ਮੈਂ ਇਸ ਅੱਗ ਨੂੰ ਖਰੀਦਣ ਲਈ ਤਿਆਰ ਸੀ। ਭਗਤ ਫਰੀਦ ਜੀਆਂ ਨੇ ਕਹਿੰਦੇ ਅੱਖ ਕੱਢ ਕੇ ਰਾਣੀ ਨੂੰ ਦੇ ਕੇ ਭਗਤ ਫਰੀਦ ਜੀ ਆਪਣੇ ਅੱਖ ਤੇ ਪੱਟੀ ਬੰਨ ਕੇ ਲੈ ਕੇ ਅੱਗ ਜਾ ਕੇ ਮੁਰਸ਼ਿਦ ਦਾ ਇਸ਼ਨਾਨ ਕਰਵਾਇਆ, ਗਰਮ ਪਾਣੀ ਕਰਾ ਕੇ। ਭਗਤ ਫਰੀਦ ਜੀਆਂ ਨੂੰ ਮੁਰਸ਼ਿਦ ਪੁੱਛਣ ਲੱਗਿਆ, ਉਹ ਪੀਰ ਪੁੱਛਣ ਲੱਗਿਆ ਫਰੀਦਿਆ ਕੀ ਗੱਲ ਅੱਖ ਬੰਨੀ ਹੋਈ ਹੈ? ਭਗਤ ਫਰੀਦ ਜੀ ਨੂੰ ਪੁੱਛਣ ਲੱਗੇ। ਉਹ ਪੀਰ ਜਿਹੜਾ ਗੁਰੂ ਭਗਤ ਫਰੀਦ ਜੀ ਨੇ ਧਾਰਨ ਕੀਤਾ ਫਾਜ਼ਲ ਦੀ ਅਜ਼ਮੇਰ, ਤੇ ਕਹਿਣ ਲੱਗੇ ਫਰੀਦ ਭਗਤ ਫਰੀਦ ਜੀ ਕਿ ਦਾਤਾ
ਕੀ ਦੱਸਾਂ ਮੈਂ ਆਪ ਜੀ ਨੂੰ, ਇਹ ਅੱਖ ਦੁਖਣੇ ਆਈ ਹੋਈ ਹੈ। ਭਗਤ ਫਰੀਦ ਜੀ ਕਹਿੰਦੇ ਨੇ, ਕਹਿੰਦੇ ਦੁਖਣੇ ਆਈ ਹੋਈ ਹੈ ਮਹਾਰਾਜ, ਤਾਂ ਬੰਨੀ ਹੋਈ ਹੈ ਅੱਖ। ਉਹ ਜਾਣਨ ਵਾਲਾ ਸੀ, ਉਹ ਪੀਰ ਜਿਹਨੂੰ ਗੁਰੂ ਧਾਰਨ ਕੀਤਾ ਸੀ। ਭਗਤ ਫਰੀਦ ਜੀ ਕਹਿਣ ਲੱਗੇ ਤਾਂ ਕਿ ਗੁਰੂ ਜੀ ਅੱਖ ਦੁਖਣੇ ਆਈ ਹੋਈ ਹੈ। ਕਹਿੰਦੇ ਅੱਛਾ ਦੁਖਣੇ ਆਈ ਹੈ, ਕਹਿੰਦੇ ਪੱਟੀ ਲਾ ਤਾਂ। ਭਗਤ ਫਰੀਦ ਜੀ ਨੂੰ ਕਹਿਣ ਲੱਗੇ ਉਹ ਗੁਰੂ, ਕਹਿੰਦੇ ਪੱਟੀ ਲਾ ਤਾਂ, ਅੱਖ ਤਾਂ ਆ ਗਈ ਹੈ। ਜਦੋਂ ਪੱਟੀ ਲਾਈ ਕਹਿੰਦੇ ਉਸੇ ਤਰ੍ਹਾਂ ਭਗਤ ਫਰੀਦ ਜੀ ਦੀ ਅੱਖ ਸੀ। ਆਖੋ ਸਤਨਾਮ ਸ਼੍ਰੀ, ਉਹੀ ਅੱਖ ਦੁਬਾਰਾ ਆਈ ਹੋਈ ਸੀ। ਉਹ ਅੱਖ ਦਾ ਕੱਢ ਕੇ ਉਹ ਰਾਣੀ ਨੂੰ ਦੇ ਆਇਆ, ਅੱਗ ਲੈ ਆਏ ਭਗਤ ਫਰੀਦ ਜੀ, ਪਰ ਅੱਖ ਉਸੇ ਤਰ੍ਹਾਂ ਦੁਬਾਰਾ ਫਿਰ ਆਈ ਹੋਈ ਸੀ। ਇਸੇ ਤਰ੍ਹਾਂ ਸਤਿਗੁਰੂ ਜੀ ਦੀ ਬਾਣੀ ਆਖਦੀ ਹੈ ਵੀ ਜੇ ਤੂੰ ਕਿਤੇ ਚਾਹੁੰਦਾ ਵੀ ਮੈਂ ਮੁਕਤ ਹੋਣਾ, ਉਹ ਕਿਤੇ ਹੋਰ ਰਾਹ ਨਹੀਂ, ਕੇਵਲ ਗੁਰੂ ਦਾ ਰਾਹ ਹੈ। ਗੁਰੂ ਤੋਂ ਬਿਨਾ ਗੁਰੂ ਤੋਂ ਮੁਕਤ ਨਹੀਂ ਹੋ ਸਕਦਾ। ਸਾਰੇ ਪੜ੍ਹ ਲਓ ਪਿਆਰ ਨਾਲ। ਉਹ ਬਿਨਾ ਗੁਰਾਂ ਤੋਂ ਮੁਕਤ ਨਾ ਹੋਵੇ, ਲੱਖਾਂ ਭਾਵੇਂ ਯਤਨ, ਬਿਨਾ ਗੁਰਾਂ ਤੋਂ ਮੁਕਤ ਨਾ ਹੋਵੇ, ਲੱਖਾਂ ਭਾਵੇਂ ਯਤਨ ਕਰੇ। ਜੀ ਲੱਖਾਂ ਭਾਵੇਂ ਯਤਨ, ਜੀ ਲੱਖਾਂ ਭਾਵੇਂ ਯਤਨ, ਪੜੋ ਸਾਰੇ। ਗੁਰਾਂ ਤੋਂ ਮੁਕਤ ਨਾ ਹੋਵੇ, ਲੱਖਾਂ ਭਾਵੇਂ ਯਤਨ, ਬਿਨਾਂ ਗੁਰਾਂ ਤੋਂ ਮੁਕਤ ਨਾ ਹੋਵੇ, ਲੱਖਾਂ ਭਾਵੇਂ ਯਤਨ ਕਰੇ। ਲੱਖਾਂ ਭਾਵੇਂ ਯਤਨ, ਲੱਖਾਂ ਭਾਵੇਂ ਯਤਨ, ਲੱਖਾਂ ਭਾਵੇਂ ਜੀ ਯਤਨ ਕਰੇ, ਲੱਖਾਂ ਭਾਵੇਂ ਜੀ ਯਤਨ ਕਰੇ। ਬਿਨਾ ਗੁਰਾਂ ਤੋਂ ਮੁਕਤ ਨਾ ਹੋਵੇ, ਮੁਕਤ ਨਾ ਹੋਵੇ, ਲੱਖਾਂ ਭਾਵੇਂ ਯਤਨ, ਬਿਨਾ ਗੁਰਾਂ ਤੋਂ ਮੁਕਤ ਨਾ ਹੋਵੇ, ਲੱਖਾਂ ਭਾਵੇਂ ਯਤਨ ਕਰੇ। ਇਸੇ ਤਰ੍ਹਾਂ ਸਤਿਗੁਰੂ ਜੀ ਨੇ ਤਾਈਓ ਆਖਿਆ ਭਾਈ ਸੇਵਾ ਦਾ ਜਿਹੜਾ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਨੇ ਬਚਨ ਆਖਿਆ ਸੀ ਗੁਰਸਿੱਖਾਂ ਨੂੰ, ਭਾਈ ਸੇਵਾ ਦੀ ਜ਼ਿਆਦਾ ਮਹੱਤਤਾ ਹੈ, ਸੇਵਾ ਦਾ ਫਲ ਜ਼ਿਆਦਾ ਹੈ। ਭਗਤ ਫਰੀਦ ਜੀਆਂ ਨੇ 36 ਸਾਲ ਲਾ ਦਿੱਤੇ, 12-12 ਸਾਲ ਕਰਕੇ 36 ਸਾਲ ਲਾ ਦਿੱਤੇ, ਪਰ ਫਿਰ ਵੀ ਮਨ ਨੂੰ ਸ਼ਾਂਤੀ ਨਹੀਂ ਆਈ। ਸ਼ਾਂਤੀ ਕਦੋਂ ਆਈ? ਜਦੋਂ ਗੁਰੂ ਵਾਲੇ ਬਣ ਗਏ, ਕਿਸੇ ਗੁਰੂ ਪੀਰ ਨੂੰ ਧਾਰਨ ਕਰ ਲਿਆ, ਮੁਰਸ਼ਿਦ ਨੂੰ ਧਾਰਨ ਕੀਤਾ। ਇਸੇ ਤਰ੍ਹਾਂ ਜਿਵੇਂ ਆਪਾਂ ਨਗੋਰੇ ਪੁਰਸ਼ ਕਈ ਗੁਰੂ ਵਾਲੇ ਅਜੇ ਨਹੀਂ ਬਣੇ, ਲੋੜ ਹੈ ਭਾਈ ਅਮਰ ਛਕੋ ਸਿੰਘ ਸਜੋ, ਗੁਰੂ ਵਾਲੇ ਬਣੋ, ਨਗੋਰੇ ਪੁਰਸ਼
ਕਿਸੇ ਥਾਂ ਦੇ ਨਹੀਂ ਗੁਰਮੁਖ ਪਿਆਰੇ। ਨਿਗੁਰੇ ਪੁਰਸ਼ ਨੂੰ ਤਾਂ ਕਹਿੰਦੇ ਨਰਕ ਵੀ ਨਹੀਂ ਚੱਲਦੇ। ਆਖੋ ਸਤਨਾਮ ਸ਼੍ਰੀ। ਨਿਗੁਰੇ ਪੁਰਖ ਨੂੰ ਇੰਨਾ ਦਰਕਾਰਿਆ ਸਤਿਗੁਰੂ ਜੀ ਦੀ ਬਾਣੀ ਅੰਦਰ ਵੀ। ਭਗਤ ਫਰੀਦ ਜੀਆਂ ਨੇ 12 ਕਰਕੇ 36 ਸਾਲ ਲਾ ਦਿੱਤੇ, ਪਰ ਫਿਰ ਵੀ ਸੁੱਖ ਦਾ ਸਾਹ ਨਹੀਂ ਮਿਲਿਆ। ਜਦੋਂ ਗੁਰੂ ਪੀਰ ਨੂੰ ਮੁਰਸ਼ਿਦ ਨੂੰ ਧਾਰਨ ਕੀਤਾ, ਐਸੀ ਮਨ ਨੂੰ ਸ਼ਾਂਤੀ ਆਈ। ਭਗਤ ਫਰੀਦ ਜੀਆਂ ਨੇ ਸੇਵਾ ਕੀਤੀ, ਸੇਵਾ ਦੀ ਮਹੱਤਤਾ ਦੱਸੀ। ਆਪਣੇ ਪੀਰ ਮੁਰਸ਼ਿਦ ਦੀ ਸੇਵਾ ਵਿੱਚੋਂ ਕਿੰਨੀਆਂ ਦਾਤਾਂ ਪ੍ਰਾਪਤ ਕੀਤੀਆਂ ਭਗਤ ਫਰੀਦ ਜੀਆਂ ਨੇ। ਸੇਵਾ ਕੀਤਿਆਂ ਸਾਡਾ ਪਾਰ ਉਤਾਰਾ ਹੋਣਾ। ਜਿਵੇਂ ਭਗਤ ਫਰੀਦ ਜੀਆਂ ਨੇ ਸੇਵਾ ਕੀਤੀ, ਕਿਸੇ ਸਮੇਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਵੇਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਪਾਤਸ਼ਾਹ ਜੀ ਦੇ 2 ਸਿੱਖ ਸੰਮਣ ਔਰ ਮੁਸਣ ਉਹਨਾਂ ਨੇ ਸੇਵਾ ਕੀਤੀ। ਸੇਵਾ ਕਰਦਿਆਂ ਸਾਡਾ ਪਾਰ ਉਤਾਰਾ। ਸਾਹ ਸੇਵਾ ਕੀਤੀ ਸਫਲ ਹੈ ਜਿਦ ਸਤਿਗੁਰ ਕਾ ਮਨ ਮੰਨੇ। ਜੇ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਸੰਭਲ ਭੰਨੇ। ਭਗਤ ਫਰੀਦ ਜੀਆਂ ਨੇ ਇੰਨੀ ਕਠਿਨ ਸੇਵਾ ਕੀਤੀ ਆਪਣੇ ਪੀਰ ਮੁਰਸ਼ਿਦ ਦੀ। ਚਾਹੇ ਮੀਂਹ ਪੈਂਦੇ ਵਿੱਚ ਵੀ, ਬਾਰਿਸ਼ ਹੁੰਦੀ ਵਿੱਚ ਵੀ ਜਾ ਕੇ ਅੱਗ ਦੀ ਢੂੰਡ ਕਰਕੇ ਭਗਤ ਫਰੀਦ ਜੀਆਂ ਨੇ ਆਪਣੇ ਪੀਰ। ਤਾਈ ਤਾਂ ਭਗਤ ਫਰੀਦ ਜੀਆਂ ਨੇ ਵਾਹਿਗੁਰੂ ਬਾਣੀ ਵਿੱਚ ਆਖਿਆ, ਗੁਰ ਪੀਰਾਂ ਕੀ ਚਾਕਰੀ ਮਹਾ ਕਰੜੀ ਸੁਖ ਸਾਰ। ਨਦਰ ਕਰੇ ਜਿਸ ਆਪਣੀ ਤਿਸ ਲਾਏ ਹੇਤ ਪਿਆਰ। ਸਤਿਗੁਰ ਕੀ ਸੇਵਾ ਕੀਤਿਆਂ ਭਉਜਲ ਤਰੇ ਸੰਸਾਰ। ਸਾਰੇ ਪੜ੍ਹ ਲੋ ਪਿਆਰ ਨਾਲ। ਉਹ ਭਉਜਲ ਤਰ ਜਾਈਦਾ ਸਤਿਗੁਰ ਦੀ ਸੇਵਾ ਕਰਕੇ। ਭਉਜਲ ਤਰ ਜਾਈਦਾ ਸਤਿਗੁਰ ਦੀ ਸੇਵਾ ਕਰਕੇ। ਭਉਜਲ ਤਰ ਜਾਈਦਾ ਸਤਿਗੁਰ ਦੀ। ਭਉਜਲ ਤਰ ਜਾਈਦਾ ਸਤਿਗੁਰ ਦੀ ਸੇਵਾ ਕਰਕੇ। ਸਤਿਗੁਰ ਦੀ ਸੇਵਾ ਕਰਕੇ। ਸਤਿਗੁਰ ਦੀ ਸੇਵਾ ਕਰਕੇ। ਸਤਿਗੁਰ ਦੀ ਸੇਵਾ ਕਰਕੇ। ਭਉਜਲ ਤਰ ਜਾਈਦਾ ਜੀ ਸਤਿਗੁਰ ਦੀ ਸੇਵਾ। ਭਉਜਲ ਤਰ ਜਾਈਦਾ ਸਤਿਗੁਰ ਦੀ ਸੇਵਾ ਕਰਕੇ। ਸਤਿਗੁਰ ਦੀ ਸੇਵਾ ਕਰਕੇ। ਸਤਿਗੁਰ ਦੀ ਸੇਵਾ ਕਰਕੇ। ਗੁਰ ਦੀ ਸੇਵਾ ਕਰਕੇ। ਸਤਿਗੁਰ ਦੀ ਸੇਵਾ ਕਰਕੇ। ਭਉਜਲ ਤਰ ਜਾਈਦਾ ਜੀ ਸਤਿਗੁਰ ਦੀ। ਭਉਜਲ ਤਰ ਜਾਈਦਾ ਸਤਿਗੁਰ ਦੀ ਸੇਵਾ ਕਰਕੇ। सतगुर की सेवा सफल है जे को करे चित लाए मन चिंदिया फल पावना होमे विचों जाए। आओ गुरमुख प्यारियो महापुरखों का समय आप सारियां नूं पता है कि 1 वजे माता माइया वालों कीर्तन शुरू हो जाता है। 2-2:30 वजे महापुरखों ने अपने पास पहुंच जाना है। फिर आप जी ने
दिन विच भी लाहे प्राप्त करने। आओ इतनियां कीर्तन हाजनियां प्रवान करनियां। सारे अरदास करिया करो महाराज जी। पता नहीं किन्ने क जन्मां तो विछड़े आ, बहुत जन्म विछड़े थे माधो, ये जन्म तुम्हारे लिखे। कह रविदास आस लग जीवो, चिर पयो दर्शन देखे। आओ मैं इसे धारणा नाल हुण आपां उस उपरंत आनंद साहब पढ़ांगे, फिर सारी अरदास हो गई। खंड पाठ साहिबां दे भोग पाए गए ने, उन्हां दी अरदास भी नाल ही। फिर उपरंत देग वरतेगी, सारी संगत ने देग लैके फिर आप जी ने दिन विच महापुरखां तो फिर प्रवचन सरवण करने। आओ सारे पढ़ियो प्यार नाल। सारे अरदास करया करो महाराज जी। औगणां दे भरे होए आ, सतगुर जी बख्शण जोग ने, किरपा करनगे। सारे पढ़ियो प्यार नाल। बख्शो गुना मेरे, बख्शो गुना मेरे, आया मैं शरण तेरी। अज तो मैं पापा वाले राह ते जावाना, अज तो मैं पापा वाले राह वल जावाना। बख्शो गुना मेरे, आया मैं शरण तेरी। अज तो मैं पापा वाले राह वल जावाना, अज तो मैं पापा वाले राह वल। बख्शो गुना मेरे, आया मैं शरण तेरी। अज तो मैं पापा वाले राह वल जावाना, अज तो मैं पापा वाले राह वल जावाना। बख्शो गुना मेरे, ना अज तो मैं पापा वाले। बख्शो गुना मेरे, बख्शो गुना मेरे, बख्शो गुना मेरे, आया मैं शरण तेरी। अज तो मैं पापा वाले राह वल जावाना, पापा वाले राह वल जावा। आया मैं शरण तेरी। अज तो मैं बख्शो गुना मेरे, आया मैं शरण। जेता समुंद सागर नीर भरिया, जेता समुंद सागर नीर भरिया। जेता समुंद, जेता समुंद सागर नीर, तेते अगन हमारे जी। तेते अगन हमारे जी, तेते अगन हमारे जी, तेते अगन हमारे। ओ बख्शो गुना मेरे, आया मैं शरण तेरी। अज तो मैं पापा वाले राह वल जावाना, अज तो मैं पापा वाले राह वल जावाना।
जेता समुद्र सागर नीर भरिया तेते औगण हमारे। महाराज जिवें पानी दा भरिया सागर है औगण मेरे ये शरीर विच औगण ही औगण ने। दया करो किछ मिहर पावो डुबदे पत्थर तारे। महाराज जी आप जी डुबदे पत्थरां नूं तारन वाली साडे ते भी किरपा करो। आओ आपां इसे धारना नाल समाप्ति वाल नूं चलदे हां। डुबदे पत्थरां नूं तारन वालिया डुबदे पत्थरां नूं तारन वालिया डुबदे डुबदे पत्थरां नूं डुबदे पत्थरां नूं तारन साडा बेड़ा पार करी साडा बेड़ा पार करी साडा बेड़ा पार करी साडा बेड़ा पार करी डुबदे पत्थरां नूं तारन वालिया डुबदे पत्थरां नूं तारन डुबदे पत्थरां नूं तारन साडा बेड़ा पार करी साडा बेड़ा पार करी साडा बेड़ा पार डुबदे पत्थरां नूं डुबदे पत्थरां नूं तारन वालिया डुबदे पत्थरां नूं तारन वालिया डुबदे डुबदे पत्थरां नूं डुबदे पत्थरां नूं सारे पढ़ो माइयां भी कदों आवेगी गरीबां वाली बारी कदों आवेगी गरीबां वाली बारी कदों आवेगी वड्डे वड्डे पापी तारते वड्डे वड्डे पापी तारते कदों आवेगी हाँ कदों आवेगी गरीबां वाली बारी वड्डे वड्डे पापी तार कदों आवेगी गरीबां वाली बारी वड्डे वड्डे पापी तार दे कदों आवेगी गरीबां वाली कदों आवेगी गरीबां वाली बारी वड्डे आओ जो अजे तक नहीं बोलिया सारे आनंद साहब विच बोलो। उस तो उपरंत अरदास हुक्मनामे आप जी ने फिर 1 वजे 1:30 वजे नूं सारी संगत ने फिर पहुंचना। महापुरखा ने आपां नूं प्रवचन सुना के दीवान सजण के सारे पहुंचे। सिखो शब्द प्यारे हो जन मरण की टेक मुख उजल सदा सुखी मुख उजल
सदा सुखी। नानक सिमरत एक राम कली महला तीजा। आनंद एक ओंकार सतगुर प्रसाद। आनंद पिया मेरी माए सतगुरु मैं पाया। सतगुर का पाया राग रतन परवार परिया। शब्द गावण आया